ਜੇ ਆਪਾਂ ਕੰਟੀਨਿਊਟੀ ਕਰ ਰਹੇ ਸੀਗੇ। ਇੱਕ ਕੁਐਸਚਨ ਆ ਇਹਦੇ ਵਰਗੀ ਡਿਟੋ ਐਗਜ਼ਾਮਪਲ ਵੀ ਪਈ ਹੈ। ਕੁਐਸਚਨ ਨੰਬਰ ਹੈਗਾ 7th। ਮੈਂ ਉਹਦਾ ਨਾਲ ਇਹੀ ਕਰਵਾਉਣ ਲੱਗਾ ਸੀਗਾ। ਐਫ ਐਕਸ ਵਾਈ ਏ ਐਕਸ ਇਜ਼ ਇਕੁਅਲ ਟੂ 1 ਐਕਸ ਇਜ਼ ਇਰਰੈਸ਼ਨਲ। ਐਕਸ ਇਜ਼ ਰੈਸ਼ਨਲ ਦੈਨ ਇਹ 0 ਹੋ ਜਾਂਦਾ। ਭਾਵੇਂ ਇਹ 0 ਹੋਵੇ ਇਹ 1 ਹੋਵੇ ਤਾਂ ਵੀ ਇਹੀ ਪ੍ਰੂਫ ਲੱਗੂਗਾ। ਇਹ ਕਹਿੰਦਾ ਲਿਮਿਟ ਕਿਸੇ ਵੀ ਨੰਬਰ 'ਤੇ ਲੈ ਲਓ, ਕੋਈ ਵੀ ਨੰਬਰ ਆਪਣੇ ਕੋਲ ਹੈ ਨਹੀਂ ਗਾ, ਤਾਂ ਇਹਦਾ ਮਤਲਬ ਐਕਸ ਨੋਟ ਵਾਈ ਨੋਟ ਹੀ ਚੱਕ ਲਿਆ ਨੇ। ਕਹਿੰਦਾ ਇਹ ਐਗਜ਼ਿਸਟ ਨਹੀਂ ਕਰ ਸਕਦੀ। ਲਓ ਜੀ ਕਰੋ ਪ੍ਰੂਫ। ਸੋ ਜਦੋਂ ਇਹੋ ਜਿਹਾ ਕੁਐਸਚਨ ਆ ਜਾਂਦਾ ਆਪਾਂ ਮੰਨ ਲੈਂਦੇ ਲਿਮਿਟ ਐਗਜ਼ਿਸਟ ਕਰਦੀ ਹੈ। ਇਫ ਪੋਸੀਬਲ, suppose that if possible let limit x y exist ਤੇ ਕਿਹਦੇ ਬਰਾਬਰ ਆ? l ਦੇ ਬਰਾਬਰ ਆ। ਇਹਦਾ ਮਤਲਬ ਕੀ ਹੋਊਗਾ? देयर exist ਡੈਲਟਾ ਪੋਜ਼ਿਟਿਵ। ਆਪਾਂ ਇੱਕ ਹੀ ਐਗਜ਼ਾਮਪਲ ਆ ਨਾ ਜਿਹੜੀ, ਇਹਦੇ 'ਚ 2 ਡੈਲਟਾ ਲੈ ਰਿਹਾ ਇਹ। ਇੱਕ ਲੈ ਰਿਹਾ ਡੈਲਟਾ 1 ਤੇ ਇੱਕ ਲੈ ਰਿਹਾ ਡੈਲਟਾ 2। ਮੈਂ ਡੈਲਟਾ ਹੀ ਲੈ ਲਿਆ, ਬਹੁਤ ਆ ਯਾਰ, ਆਪਾਂ ਅੱਗੇ ਵੀ ਤਾਂ ਇੱਕ ਹੀ ਡੈਲਟਾ ਲਿਆ। ਸੱਚ ਦੈਟ ਐਕਸ ਜਦੋਂ ਐਕਸ ਨੋਟ ਤੋਂ ਡਿਸਟੈਂਸ ਆ ਜਿਹੜਾ ਲੈਸ ਦੈਨ ਡੈਲਟਾ, ਵਾਈ ਜਦੋਂ ਵਾਈ ਨੋਟ, ਆਪਾਂ ਨਾ ਜਿਹੜੀ ਲੈਂਦੇ ਨੇਬਰਹੁੱਡ ਇਹ ਸਕੇਅਰ ਨੇਬਰਹੁੱਡ ਆ, ਵਾਈ ਮਾਈਨਸ ਵਾਈ ਨੋਟ ਲੈਸ ਦੈਨ ਡੈਲਟਾ। ਇੱਕ ਚੀਜ਼ ਪੱਕੀ ਆ ਵੀ ਐਕਸ ਵਾਈ ਆ ਜਿਹੜਾ ਇਹ ਐਕਸ ਨੋਟ ਵਾਈ ਨੋਟ ਦੇ ਬਰਾਬਰ ਨਹੀਂ ਹੋਣਾ ਚਾਹੀਦਾ। ਇਹ ਚੀਜ਼ ਦਾ ਧਿਆਨ ਰੱਖਿਓ। ਫਿਰ ਜਦੋਂ ਇਹ ਚੀਜ਼ ਹੋਵੇ ਤਾਂ ਐਫ ਐਕਸ ਵਾਈ ਕੀ ਹੋਊਗੀ? ਫਿਰ ਓਬਵੀਅਸਲੀ ਜਦੋਂ ਉਹਦੀ ਲਿਮਿਟ ਐਗਜ਼ਿਸਟ ਕਰਦੀ ਹੈ ਤਾਂ ਇਹਦਾ ਡਿਫਰੈਂਸ ਹੈ ਐਪਸਲਨ ਤੋਂ ਛੋਟਾ ਹੋਊਗਾ। ਹੋਊਗਾ ਕਿ ਨਹੀਂ ਹੋਊਗਾ? ਤੇ ਐਪਸਲਨ ਵੀ ਮੰਨਣਾ ਪੈਣਾ ਆਪਾਂ ਨੂੰ ਕੁਛ, ਤੇ ਇਹ ਮੰਨ ਲਿਆ 1/2। ਯਾਨੀ ਕਿ ਐਫ ਐਕਸ ਵਾਈ ਆ ਜਿਹੜਾ ਇਹ ਐਲ ਤੋਂ ਇੰਨਾ ਨੇੜੇ ਆ ਕਿ ਇਹਨਾਂ ਦਾ ਡਿਫਰੈਂਸ ਆ ਜਿਹੜਾ 1/2 ਤੋਂ ਛੋਟਾ। ਪਰ ਨੇੜੇ ਕਦੋਂ ਹੁੰਦਾ? ਜਦੋਂ ਐਕਸ ਐਕਸ ਨੋਟ ਦੇ ਨੇੜੇ ਪਹੁੰਚਦਾ, ਵਾਈ ਵਾਈ ਨੋਟ ਦੇ ਨੇੜੇ ਪਹੁੰਚਦਾ, ਅਲਟੀਮੇਟਲੀ ਐਕਸ ਵਾਈ ਐਕਸ ਨੋਟ ਵਾਈ ਨੋਟ ਦੇ ਨੇੜੇ ਪਹੁੰਚਦਾ, ਤਾਂ ਐਫ ਐਕਸ ਵਾਈ ਐਲ ਦੇ ਨੇੜੇ ਪਹੁੰਚਦਾ। ਕਿੰਨਾ ਕੁ ਨੇੜੇ? ਬਸ ਇੰਨਾ ਕੁ ਨੇੜੇ ਪਹੁੰਚਦਾ ਕਿ 1/2 ਤੋਂ ਛੋਟਾ ਹੋ ਜਾਂਦਾ। ਹੁਣ ਇੱਥੇ ਸਾਰਾ ਕੀ ਪੁਆਇੰਟ ਆ ਜਿਹੜਾ ਮੈਂ ਹੁਣ ਲਿਖਣ ਲੱਗਾ। ਕੀ ਪੁਆਇੰਟ ਇਹੀ ਹੈ, x1 ਬੀ ਐਨੀ ਰੈਸ਼ਨਲ ਨੰਬਰ and x2 be any irrational number। ਹੁਣ ਦੇਖੋ ਇੱਥੇ ਇਹਨਾਂ ਨੇ ਇਹ ਹਮੇਸ਼ਾ ਯਾਦ ਰੱਖਣਾ ਪੈਣਾ, ਇਨ ਕਿਹਦੇ ਵਿੱਚ? x ਮਾਈਨਸ ਐਕਸ ਨੋਟ ਲੈਸ ਦੈਨ ਡੈਲਟਾ। ਇਸ ਨੇਬਰਹੁੱਡ 'ਚੋਂ ਆਪਾਂ 2 ਨੰਬਰ ਚੱਕ ਲਏ, ਇੱਕ ਰੈਸ਼ਨਲ ਇੱਕ ਇਰਰੈਸ਼ਨਲ। ਓਕੇ ਹੈ। ਦੂਸਰੀ ਚੀਜ਼, y let y be any real number, any real number। ਇਹ ਕੁਛ ਵੀ ਹੋਵੇ, ਆਪਾਂ ਨੂੰ ਪਤਾ ਨਾ y ਦਾ ਕੋਈ ਰੋਲ ਤਾਂ ਹੈ ਨਹੀਂ ਰਾਜੇ ਇੱਥੇ, ਇਫੈਕਟ ਤਾਂ ਇਕੱਲੇ x ਦਾ ਪੈਦਾ। ਤਾਂ y ਫਿਰ ਕੋਈ ਵੀ ਰੀਅਲ ਨੰਬਰ ਲੈ ਲਓ, ਐਨੀ ਰੀਅਲ ਨੰਬਰ ਇਨ ਕਿਹਦੇ 'ਚ? ਇਹਦੇ 'ਚੋਂ ਕੋਈ ਵੀ ਰੀਅਲ ਨੰਬਰ ਲੈ ਲਓ, y ਮਾਈਨਸ ਵਾਈ ਨੋਟ ਬਾਈ। ਹੁਣ ਇਹ ਕੀ ਹੈ? ਇਹ ਇੰਟਰਵਲ ਹੈ। ਜੇ ਤੁਹਾਨੂੰ ਯਾਦ ਹੋਵੇ ਨਾ, ਆਪਾਂ ਖੋਲ ਕੇ ਦਿਖਾਇਆ ਸੀਗਾ ਤੁਹਾਨੂੰ ਇਹ। ਮੈਨੂੰ ਲੱਗਦਾ ਨਹੀਂ ਤੁਹਾਨੂੰ ਦੁਬਾਰਾ ਯਾਦ ਕਰਾਉਣਾ ਪਊਗਾ, ਖੋਲ੍ਹ ਕੇ ਦਿਖਾਇਆ ਸੀਗਾ ਇਹ। ਅੱਛਾ, ਹੁਣ ਇੱਕ ਚੀਜ਼ ਹੈ, ਇਹ ਸਭ ਤੋਂ ਵੱਡਾ ਪੰਗਾ ਤਾਂ ਇਹ ਆ ਕਿ ਕਿਤੇ ਐਕਸ ਅਤੇ ਐਕਸ ਨੋਟ ਸੌਰੀ ਐਕਸ ਵਾਈ ਦੇ ਬਰਾਬਰ ਤਾਂ ਨਹੀਂ ਹੋ ਜਾਂਦਾ ਇਹ। ਇੱਥੇ ਇਹਨਾਂ ਨੂੰ ਥੋੜ੍ਹਾ ਜਿਹਾ ਧਿਆਨ ਰੱਖਣਾ ਪੈਣਾ ਸੀਗਾ, ਇਹਨਾਂ ਨੇ ਕੀਤਾ ਨਹੀਂ ਹੈ। ਐਕਸ ਨੋਟ ਕੀ ਆ? ਕੀ x1 ਐਕਸ ਨੋਟ ਦੇ ਬਰਾਬਰ ਹੋ ਸਕਦਾ? ਇਹ ਹੋਣਾ ਨਹੀਂ ਚਾਹੀਦਾ, ਕਿਉਂਕਿ ਇੱਥੇ ਆਪਾਂ ਲਿਖ ਕੇ ਆਏ ਹਾਂ। ਜਾਂ ਆਪਾਂ ਐਂ ਕਰ ਦਿੰਦੇ ਹਾਂ, ਇੱਥੇ ਐਂ ਲਿਖ ਦਿਓ x1 ਆ ਨਾ ਜਿਹੜਾ, x1 ਤੇ ਨਾਲ ਪੁਆਇੰਟ ਕਿਹੜਾ ਲੈਣਾ ਆਪਾਂ? x1 y ਤੇ x2 y ਬੋਥ ਆਰ ਨੋਟ ਇਕੁਅਲ ਟੂ x ਨੋਟ y ਨੋਟ। ਬਸ ਹੁਣ ਠੀਕ ਆ, ਹੁਣ ਕੋਈ ਬੇਫਿਕਰੀ ਹੋ ਗਈ ਆਪਾਂ ਨੂੰ। ਜਾਣੀ ਕਿ ਇਹ x1 ਆ ਜਿਹੜਾ ਉਹ ਇਹਨੂੰ ਸੈਟਿਸਫਾਈ ਕਰਦਾ, ਤੇ x2 ਆ ਜਿਹੜਾ ਉਹ ਵੀ ਇਹਦੇ 'ਚੋਂ ਹੀ ਲਿਆ ਹੋਇਆ, y ਆ ਜਿਹੜਾ ਉਹ ਇਹਦੇ 'ਚੋਂ ਲਿਆ ਹੋਇਆ। ਠੀਕ ਆ, ਜਾਣੀ ਕਿ x1 ਆ ਜਿਹੜਾ ਉਹਦਾ x ਨੋਟ ਤੋਂ ਡਿਸਟੈਂਸ ਡੈਲਟਾ ਤੋਂ ਛੋਟਾ, x2 ਦਾ ਵੀ x ਨੋਟ ਤੋਂ ਡਿਸਟੈਂਸ ਡੈਲਟਾ ਤੋਂ ਛੋਟਾ, ਤੇ y ਦਾ y ਨੋਟ ਤੋਂ ਡਿਸਟੈਂਸ ਉਹ ਵੀ ਡੈਲਟਾ ਤੋਂ ਛੋਟਾ। ਪਰ ਇਹ ਜੇ ਸਾਰੇ ਨੰਬਰ ਜੇ x ਨੋਟ ਤੋਂ ਛੋਟਾ ਰਾਜੇ ਤਾਂ ਆਪਾਂ ਲਿਖਦੇ ਹਾਂ ਐਫ ਐਕਸ ਵਾਈ ਲੈਸ ਦੈਨ ਐਲ। ਦੇਖੋ ਇਹਨਾਂ ਦੋਹਾਂ ਨੂੰ ਧਿਆਨ 'ਚ ਦਿਓ ਜਿਨ੍ਹਾਂ ਨੂੰ ਮੈਂ ਅੰਡਰਲਾਈਨ ਕੀਤਾ।
x1 x0 ਸੌਰੀ ਮੈਂ ਕਿਤੋਂ ਛੋਟਾ ਗਈ ਹੈ ਨਾ, x1 x0 ਦਾ ਡਿਫਰੈਂਸ ਡੈਲਟਾ ਤੋਂ ਛੋਟਾ ਤੇ y y0 ਦਾ ਡਿਸਟੈਂਸ ਡੈਲਟਾ ਤੋਂ ਛੋਟਾ, ਤਾਂ fxy ਦਾ l ਨਾਲ ਡਿਸਟੈਂਸ ਕਿਤੋਂ ਛੋਟਾ ਹੋ ਜਾਊਗਾ ਐਪਸਲਨ ਤੋਂ। ਪਰ ਇੱਥੇ ਜੇ x ਹੁੰਦੀ ਤਾਂ ਇੱਥੇ x ਸੀ, ਹੁਣ ਇੱਥੇ x1 ਲੱਗ ਜੂਗੀ। ਸਮਝ ਲੱਗੀ? ਪਿਛਲੇ ਨਾਲ ਕੰਪੇਅਰ ਕਰ ਲਓ, ਦੇਖੋ ਇੱਥੇ x ਸੀ, ਇੱਥੇ y ਸੀ, ਤੇ ਇੱਥੇ xy ਸੀ। ਹੁਣ x ਦੀ ਜਗ੍ਹਾ ਤੇ ਕੀ ਆ ਗਿਆ x1, ਸੋ ਇੱਥੇ fx1 ਆ ਜਾਊਗਾ। ਠੀਕ ਆ, ਬਸ ਇੰਨਾ ਕੁ ਫਰਕ ਹੈ। ਅਤੇ ਸਿਮਿਲਰਲੀ ਇੱਕ ਹੋਰ ਚੀਜ਼ ਆ, ਆਹ ਦੇਖੋ ਹੁਣ ਇਹਨਾਂ ਦੋਵਾਂ ਨੂੰ ਕੰਪੇਅਰ ਕਰੋ। x ਦੀ ਜਗ੍ਹਾ 'ਤੇ ਕੀ ਆ ਗਿਆ x2 ਨਾਲ y ਮਾਈਨਸ l ਲੈਸ ਦੈਨ 1/2, ਕਿਉਂਕਿ ਹਰੇਕ x ਜਿਹੜਾ ਇਹ ਕੰਡੀਸ਼ਨ ਨੂੰ ਸੈਟਿਸਫਾਈ ਕਰਦਾ ਅਤੇ ਹਰੇਕ y ਜਿਹੜਾ ਇਹ ਕੰਡੀਸ਼ਨ ਨੂੰ ਸੈਟਿਸਫਾਈ ਕਰਦਾ, ਉਹਦੇ ਵਾਸਤੇ ਮੈਂ ਇਹ ਚੀਜ਼ ਲਿਖ ਸਕਦਾ। ਬਸ x ਦੀ ਜਗ੍ਹਾ 'ਤੇ x1 ਆ ਗਿਆ, ਇੱਥੇ x ਦੀ ਜਗ੍ਹਾ 'ਤੇ x2 ਆ ਗਿਆ, ਬਾਕੀ ਸਾਰਾ ਸੇਮ ਆ। ਹੁਣ ਅੱਗੇ ਦੇਖੋ fx1y ਕੀ ਆਊਗਾ, ਧਿਆਨ ਨਾਲ ਦੇਖੋ। fx1y, x1 ਕੀ ਸੀਗਾ ਰੈਸ਼ਨਲ, ਰੈਸ਼ਨਲ ਤੇ ਆਊਟਪੁੱਟ ਕਿੰਨੀ ਹੈ ਫੰਕਸ਼ਨ ਦੀ 0, ਸੋ ਇੱਥੇ ਆ ਜਾਊਗਾ 0 ਮਾਈਨਸ l ਲੈਸ ਦੈਨ 1/2। x2 ਕੀ ਸੀਗਾ ਇਰਰੈਸ਼ਨਲ, ਇਰਰੈਸ਼ਨਲ ਤੇ ਆਊਟਪੁੱਟ ਕਿੰਨੀ ਹੈ 1, ਸੋ ਇੱਥੇ ਆ ਗਿਆ 1 ਮਾਈਨਸ l ਲੈਸ ਦੈਨ 1/2। ਠੀਕ ਹੈ, ਕੰਟਰਾਡਿਕਸ਼ਨ ਦੇਣ ਦੇ ਤਰੀਕੇ ਦੇਖੋ ਇਹਨਾਂ ਦੇ। ਸੋ l ਆ ਜਿਹੜਾ l ਦਾ ਮੋਡ ਲੈਸ ਦੈਨ 1/2 ਆ ਗਿਆ, ਸੋ 1 ਮਾਈਨਸ l ਦਾ 1/2 ਆ ਗਿਆ। ਸੋ ਆਪਣੇ ਕੋਲੇ ਇਹ ਐਗਜ਼ਾਮਪਲ ਦਾ ਡਿਟੋ ਕਰਨਾ ਆਪਾਂ। ਇਹ ਮੈਂ ਐਗਜ਼ਾਮਪਲ ਨੂੰ ਦੇਖ ਦੇਖ ਹੀ ਕਰੀ ਜਾਂਦਾ, ਤੂੰ ਇੱਕ ਵਾਰੀ ਨਾ ਐਗਜ਼ਾਮਪਲ ਪਹਿਲਾਂ ਕਰ ਲਿਓ, ਫਿਰ ਉਦੋਂ ਬਾਅਦ ਤੁਹਾਡਾ ਕਲੀਅਰ ਹੋ ਜਾਊਗਾ, ਸੌਖਾ ਆ ਜਾਊਗਾ। 1 ਨੂੰ ਮੈਂ ਐਂ ਲਿਖ ਸਕਦਾ 1 ਮਾਈਨਸ l ਪਲੱਸ l, ਹਾਂ ਲਿਖ ਸਕਦਾ। ਫਿਰ ਮੈਂ ਇਹਨੂੰ ਤੋੜ ਸਕਦਾ ਦੋਵਾਂ ਨੂੰ, ਕਿਵੇਂ 1 ਮਾਈਨਸ l ਪਲੱਸ l, ਇਹ ਕੀ ਤੋਂ ਛੋਟਾ 1/2 ਤੋਂ, ਇਹ ਕੀ ਤੋਂ ਛੋਟਾ 1/2 ਤੋਂ, ਕੀ ਆ ਗਿਆ 1। ਸੋ ਅਲਟੀਮੇਟਲੀ ਦੇਖੋ 1 ਦਾ ਮੋਡ 1 ਦੇ ਬਰਾਬਰ ਹੁੰਦਾ, ਸੋ 1 ਕੀ ਤੋਂ ਛੋਟਾ ਹੋ ਗਿਆ 1 ਤੋਂ, ਇੱਦਾਂ ਥੋੜ੍ਹੀ ਹੁੰਦਾ, ਵਿਚ ਇਜ਼ ਨਾਟ ਪੋਸੀਬਲ। ਕੰਮ ਖਤਮ ਹੋ ਗਿਆ। ਕਿਉਂ ਖਤਮ ਹੋਇਆ? ਆਪਾਂ ਮੰਨਿਆ ਸੀ ਕਿ ਲਿਮਿਟ ਐਗਜ਼ਿਸਟ ਕਰਦੀ ਹੈ, ਸੋ ਲਿਮਿਟ ਡਜ਼ ਨਾਟ ਐਗਜ਼ਿਸਟ। ਖਤਮ ਹੋ ਗਿਆ ਕੁਐਸਚਨ। ਹੁਣ ਗਾਂ ਵਾਲੇ ਕੁਐਸਚਨ ਇੱਕ ਵਾਰੀ ਆਪ ਟਰਾਈ ਕਰਿਓ। 8ਵਾਂ ਜਿਹੜਾ ਕੁਛ ਸੇਮ ਜਾਊਗਾ, ਇੱਕ ਵਾਰੀ ਟਰਾਈ ਕਰ ਲਿਓ। ਠੀਕ ਆ, ਉਸ ਤੋਂ ਬਾਅਦ ਮੈਂ ਅਗਲਾ ਪਾਰਟ ਆ ਜਿਹੜਾ, ਹਾਂ 3rd B ਐਕਸਰਸਾਈਜ਼ ਆ ਗਈ, ਫਿਰ ਉਸ ਤੋਂ ਬਾਅਦ ਕੰਟੀਨਿਊਟੀ ਦੇਖਾਂਗੇ। 3rd B ਐਕਸਰਸਾਈਜ਼ ਤੇ ਚੱਲਦੇ ਹਾਂ। ਦੇਖੋ ਰਾਜੇ, ਅੱਗੇ ਨਾ ਸਾਈਮਲਟੇਨੀਅਸ ਲਿਮਿਟਸ ਆ ਗਈਆਂ। ਰਾਜੇ ਆਪਾਂ ਅੱਗੇ ਵੀ ਇਹੀ ਡਿਸਕਸ ਕਰ ਰਹੇ ਹਾਂ, ਪਰ ਥੋੜ੍ਹਾ ਜਿਹਾ ਨਾ ਇੱਕ ਇਹਦੇ 'ਚ ਪ੍ਰੋਬਲਮ ਆ। ਜਦੋਂ ਸਾਈਮਲਟੇਨੀਅਸ ਲਿਮਿਟਸ ਦੀ ਗੱਲ ਹੋਊਗੀ, ਇਹਦਾ ਮਤਲਬ ਕੱਲੀ ਲਿਮਿਟ ਦੀ ਵੀ ਗੱਲ ਹੋਊਗੀ। ਠੀਕ ਆ, ਜਿਵੇਂ fxy ਆ, ਇਹ ਕਹਿੰਦੇ ਆ fxy ਇੱਕ ਫੰਕਸ਼ਨ ਆ x² ਮਾਈਨਸ y², x² ਪਲੱਸ y², xy ਓਬਵੀਅਸਲੀ ਨਾਟ ਇਕੁਅਲ ਟੂ 0 ਆਊਗਾ, ਅਦਰਵਾਈਜ਼ ਫੰਕਸ਼ਨ ਹੀ ਨਹੀਂ ਡਿਫਾਈਨਡ ਹੋਊਗਾ। ਇਹ ਕਹਿੰਦੇ ਕਿ ਲਿਮਿਟ x ਅਪਰੋਚਿਸ ਟੂ 0 ਪਹਿਲਾਂ ਕਰੋ, ਫਿਰ ਲਿਮਿਟ y ਅਪਰੋਚਿਸ ਟੂ 0 ਕਰੋ। ਸੌਰੀ, ਬਾਅਦ 'ਚ ਦੱਸਦਾ, ਇੱਕ ਮਿੰਟ ਪਹਿਲਾਂ ਲਿਖ ਲਾਂ, ਗਲਤ ਬੋਲਤਾ ਮੈਂ। ਐਂਡ ਇੱਕ ਮਿੰਟ ਵੇਟ ਕਰੋ। ਇਹ ਕਹਿ ਰਹੇ ਆ ਇਹਦੇ ਵੱਲ ਦੇਖੋ, ਇਹਦੇ 'ਚ ਪਹਿਲਾਂ y ਦੀ ਲਿਮਿਟ ਲੈ ਲਓ, ਜੋ ਆਨਸਰ ਆ ਗਿਆ ਉਹਦੇ 'ਚ x ਦੀ ਲਿਮਿਟ ਲੈ ਲਓ। ਇਹ ਕੀ ਕਹਿ ਰਿਹਾ, ਪਹਿਲਾਂ x ਦੀ ਲਿਮਿਟ ਲੈ ਲਓ, ਜੋ ਆਨਸਰ ਆ ਗਿਆ ਉਹਦੇ 'ਚ y ਦੀ ਲਿਮਿਟ ਲੈ ਲਓ। ਇਹ ਕਹਿੰਦੇ ਦੋਵੇਂ ਐਗਜ਼ਿਸਟ ਕਰਦੀਆਂ, ਇਕੁਅਲ ਹੋਣੀਆਂ ਜ਼ਰੂਰੀ ਨਹੀਂ ਹੈ, ਪਰ ਐਗਜ਼ਿਸਟ ਕਰਦੀਆਂ। ਦੂਸਰੀ ਗੱਲ, ਉਹ ਕਹਿੰਦਾ ਬਾਅਦ 'ਚ ਇਹਨੂੰ ਕੈਲਕੂਲੇਟ ਕਰੋ ਇੱਕੋ ਟਾਈਮ। ਕਹਿੰਦਾ ਇਹ ਐਗਜ਼ਿਸਟ ਨਹੀਂ ਕਰਦੀ। ਮਤਲਬ ਇਹ ਜਿਹੜੀ ਐਗਜ਼ਾਮਪਲ ਆ ਜਾਂ ਜੋ ਵੀ ਹੈ, ਇਹ ਜਸਟ ਇਹ ਕਹਿਣਾ ਚਾਹੁੰਦਾ, ਸ਼ੋਅ ਕਰਨ ਨੂੰ, ਵੀ ਇਹ ਤਿੰਨਾਂ ਦਾ ਇੱਕ ਦੂਜੇ ਨਾਲ ਕੋਈ ਸੰਬੰਧ ਨਹੀਂ ਹੈ। ਇਹ ਐਗਜ਼ਿਸਟ ਕਰੇ, ਇਹ ਕਰੇ, ਉਸ ਤੋਂ ਬਾਅਦ ਇਹ ਕਰੇ, ਤਿੰਨਾਂ ਦੇ ਆਨਸਰ ਕੀ ਆਉਣ, ਇਹਨਾਂ 'ਚ ਇੱਕ ਦੂਜੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਠੀਕ ਆ, ਦੇਖੋ ਆਪਾਂ ਐਗਜ਼ਾਮਪਲ ਕਰੀਏ। ਸਭ ਤੋਂ ਪਹਿਲਾਂ ਇਹ ਇਸ ਤੋਂ ਹੀ ਲੱਗੀਏ। ਸਭ ਤੋਂ ਪਹਿਲਾਂ ਮੈਂ ਇਹ ਲਿਮਿਟ ਲੈ ਲਈ, ਲਿਮਿਟ y ਅਪਰੋਚਿਸ ਟੂ 0 fxy, ਕੈਲਕੂਲੇਟ ਕਰਦੇ ਹਾਂ ਕੀ ਆਉਂਦਾ। ਸਾਈਮਲਟੇਨੀਅਸ ਲਿਮਿਟ ਆ, ਇਹਨੂੰ ਕਹਿੰਦੇ ਆ, ਇਹ ਜਿਹੜੀ ਐਂਡ 'ਤੇ ਕੀਤੀ ਹੋਈ ਹੈ। ਓਬਵੀਅਸਲੀ ਜਦੋਂ ਇਹ ਆ ਗਈ ਤਾਂ ਇਹਦਾ ਮਤਲਬ ਇਹ ਦੋਵੇਂ ਤਾਂ ਆਉਣੀਆਂ ਹੀ ਸੀ। ਹੁਣ y ਅਪਰੋਚਿਸ ਟੂ 0 ਕਰੋਗੇ, ਕੀ ਆਊਗਾ x² ਮਾਈਨਸ 0 x² ਪਲੱਸ
0 ਕੀ ਬਣ ਗਿਆ ਇਹ 1 ਹੈ ਨਾ। ਜੇ ਹੁਣ ਇਹਦੀ ਲਿਮਿਟ x ਅਪਰੋਚਿਸ ਟੂ 0 ਬਾਅਦ 'ਚ ਕਰੀਏ, ਲਿਮਿਟ y ਅਪਰੋਚਿਸ ਟੂ 0 fxy ਕੈਲਕੂਲੇਟ ਕਰੀਏ ਤਾਂ ਲਿਮਿਟ x ਅਪਰੋਚਿਸ ਟੂ 0 ਬਾਹਰ ਆ ਗਈ, y ਅਪਰੋਚਿਸ 0, ਇਹਦਾ ਆਨਸਰ ਕੀ ਆਇਆ 1, ਸੋ ਆਨਸਰ ਕੀ ਆਊਗਾ 1, ਸੋ ਇਹਦਾ ਆਨਸਰ ਆ ਗਿਆ 1। ਹੁਣ ਇਹਦੀ ਗੱਲ ਕਰੋ, ਲਿਮਿਟ x ਅਪਰੋਚਿਸ ਟੂ 0 ਪਹਿਲਾਂ ਕਰ ਲਓ, ਐਵੇਂ ਹੀ ਆ ਕੁਐਸਚਨ, ਇਹ ਇੰਨੇ ਔਖੇ ਨਹੀਂ ਹੈਗੇ। ਹਾਂ ਮੈਕਸਿਮਮ ਮਿਨੀਮਾ ਥੋੜ੍ਹਾ ਜਿਹਾ ਚੈਲੰਜ ਦੇਊਗਾ ਭਾਈ, ਉਹਦੇ ਆਪਦੀ ਤਿਆਰੀ ਕਰਿਓ ਪੂਰੀ। ਮੈਨੂੰ ਜਿੱਥੋਂ ਤੱਕ ਲੱਗਦਾ ਤੁਹਾਨੂੰ ਐਵਰੇਜ ਜਿਹਾ ਲੱਗਦਾ ਹੋਊਗਾ ਮੈਥ ਇਹ। 0 ਮਾਈਨਸ ਵਾਈ ਸਕੇਅਰ 0 ਪਲੱਸ ਵਾਈ ਸਕੇਅਰ ਕੀ ਆਇਆ ਆਨਸਰ -1। ਹੁਣ ਵਾਈ 'ਤੇ ਲਿਮਿਟ ਲੈ ਲਓ, ਮਤਲਬ ਐਕਸ ਵਾਲਾ ਜਿਹੜਾ ਉਹ ਅੰਦਰ ਰਹਿ ਗਿਆ। ਕੀ ਆਇਆ ਆਨਸਰ ਇਹਦਾ? ਇਹਦਾ ਆਨਸਰ ਆਇਆ 1 ਨਾ -1, ਸੋ -1 ਆ ਗਿਆ। ਦੇਖੋ ਦੋਵਾਂ ਦੇ ਆਨਸਰ ਅੱਡ ਅੱਡ ਆ, ਸੋ ਇਹ ਕੋਈ ਗੱਲ ਨਹੀਂ ਹੈ ਵੀ ਇਹ ਇਕੱਠੇ ਇੱਕੋ ਜਿਹੇ ਆਨਸਰ ਆਉਣਗੇ ਵੀ ਕਿ ਨਹੀਂ ਆਉਣਗੇ। ਹੁਣ ਤੀਸਰੀ ਗੱਲ ਕਰੀਏ, ਇਕੱਠੀ ਇੱਕੋ ਟਾਈਮ। ਹੁਣ ਇਹ ਤੁਹਾਡਾ ਟੈਸਟ ਆ, ਜੇ ਤੁਹਾਨੂੰ ਯਾਦ ਹੋਵੇ ਨਾ ਤੇ ਤੁਹਾਨੂੰ ਮੈਂ ਦੱਸਿਆ ਹੋਇਆ ਪਹਿਲਾਂ ਇਹ ਵੀ ਇਹ ਲਿਮਿਟ ਕਿਵੇਂ ਦੇਖੀ ਦੀ ਆ। ਇੱਕ ਤਾਂ ਉਹ ਤਰੀਕਾ ਜਿਹੜਾ ਆਪਾਂ ਦੇਖ ਆਏ ਆ ਪਿਛਲੀ ਐਕਸਰਸਾਈਜ਼ 'ਚ, ਐਪਸਲਨ ਡੈਲਟੇ ਜੇ ਲੈ ਕੇ, ਉਹ ਤਰੀਕਾ ਤਾਂ ਬੈਸਟ ਆ ਹੈ ਨਾ, ਪਰ ਸੌਖਾ ਨਹੀਂ ਹੈ, ਸੌਖਾ ਨਹੀਂ ਹੈ। ਲਿਮਿਟ ਡਿਸਪਰੂਵ ਕਰਨ ਦਾ ਤਰੀਕਾ ਨਾ ਜਿਹੜਾ, ਉਹ ਕਈ ਤਰੀਕੇ ਆ। ਇੱਕ ਤਾਂ ਜਿਵੇਂ ਆਪਾਂ ਲਾਸਟ ਕੁਐਸਚਨ ਕੀਤਾ, 7th ਕੁਐਸਚਨ ਕੀਤਾ, ਉਹਦੇ 'ਚ ਲਿਮਿਟ ਡਿਸਪਰੂਵ ਕੀਤੀ ਆ। ਇੱਕ ਇਹ ਜਿਹੜੀ ਲਿਮਿਟ ਡਿਸਪਰੂਵ ਕਰੂੰਗਾ ਮੈਂ, ਮਤਲਬ ਡਿਸਪਰੂਵ ਦਾ ਕਹਿਣ ਦਾ ਮਤਲਬ ਡਜ਼ ਨਾਟ ਐਗਜ਼ਿਸਟ ਸ਼ੋ ਕਰੂੰਗਾ। ਇਹ ਦੋ ਤਰੀਕੇ ਆ ਰਾਜੇ। ਇੱਕ ਤਾਂ ਐਪਸਲਨ ਡੈਲਟਾ ਤਾਂ ਕੁਛ ਵੀ ਨਹੀਂ ਛੱਡਦਾ, ਮੈਂ ਸੱਚੀ ਗੱਲ ਤੁਹਾਨੂੰ ਦੱਸਦਾ। ਐਪਸਲਨ ਡੈਲਟਾ ਨਾਲ ਹਰੇਕ ਤਰ੍ਹਾਂ ਦੀ ਲਿਮਿਟ ਆ ਜਿਹੜੀ ਉਹ ਪ੍ਰੂਵ ਵੀ ਕੀਤੀ ਜਾ ਸਕਦੀ ਹੈ। ਹਰੇਕ ਤਰ੍ਹਾਂ ਦੀ ਲਿਮਿਟ ਜਿਹੜੀ ਡਜ਼ ਐਗਜ਼ਿਸਟ ਨਹੀਂ ਕਰਦੀ ਉਹਨੂੰ ਆਪਾਂ ਡਜ਼ ਨਾਟ ਐਗਜ਼ਿਸਟ ਵੀ ਸ਼ੋ ਕਰ ਸਕਦੇ ਹਾਂ, ਯਾਨੀ ਕਿ ਉਹ ਆਪਣੇ ਆਪ 'ਚ ਉਹ ਥਿਊਰੀ ਕੰਪਲੀਟ ਆ। ਪਰ ਜਿਹੜੀ ਇਹ ਥਿਊਰੀ ਆ ਆਪਾਂ ਹੁਣ ਕਰ ਰਹੇ ਹਾਂ, ਇਹ ਇਨਕੰਪਲੀਟ ਆ। ਇਹ ਡਿਸਪਰੂਵ ਤਾਂ ਕਰਦੀ ਬਹੁਤ ਵਧੀਆ, ਪਰ ਇਹ ਪ੍ਰੂਵ ਨਹੀਂ ਕਰ ਸਕਦੀ। ਸਮਝ ਲੱਗ ਗਈ? ਜਿਵੇਂ ਮੰਨ ਲਓ ਇਹ ਦੇਖੋ ਨਾ, ਮੇਰੀ ਗੱਲ ਸੁਣੋ, ਲਿਮਿਟ x ਅਪਰੋਚਿਸ ਟੂ 0 x ਸਕੇਅਰ, ਤੁਸੀਂ ਕਹਿ ਦਿੰਦੇ ਨਾ ਸਰ 0 ਆਊਗੀ, ਪਰ ਇਹ ਤਾਂ 0 ਆ ਕਿਉਂਕਿ ਇਹ ਫੰਕਸ਼ਨ ਆ ਜਿਹੜਾ ਇਹ ਕੰਟੀਨਿਊਸ ਆ, ਅਤੇ ਕੰਟੀਨਿਊਸ ਦੇ ਰਿਜ਼ਲਟ ਆ ਜਿਹੜੇ ਇਹ ਐਪਸਲਨ ਡੈਲਟਾ ਨਾਲ ਪ੍ਰੂਵ ਹੋ ਚੁੱਕੇ ਆ ਕਿ ਜੇ ਐਫ ਐਕਸ ਕੰਟੀਨਿਊਸ ਹੋਵੇ ਤਾਂ x ਇਕੁਅਲ ਟੂ 0 x ਅਪਰੋਚਿਸ ਟੂ 0 ਕਿਹਦੇ ਬਰਾਬਰ ਹੁੰਦਾ? f0 ਦੇ ਬਰਾਬਰ ਹੀ ਹੁੰਦਾ। ਇਹਨੂੰ ਐਪਸਲਨ ਡੈਲਟਾ ਨਾਲ ਪ੍ਰੂਵ ਕਰਨ ਦੀ ਲੋੜ ਨਹੀਂ, ਕਿਉਂਕਿ ਐਪਸਲਨ ਡੈਲਟਾ ਦੀ ਹੈਲਪ ਨਾਲ ਹੀ ਇਹ ਚੀਜ਼ ਆਪਾਂ ਰਿਜ਼ਲਟ ਪ੍ਰੂਵ ਕੀਤਾ ਹੋਇਆ। ਹੁਣ ਤੁਸੀਂ ਕੀ ਕਰਦੇ ਹੋ? ਸਰ ਇਹ ਤਾਂ ਸਿੱਧਾ ਵੀ ਕੀਤਾ ਜਾ ਸਕਦਾ, ਕੋਈ ਕੁਐਸਚਨ ਆ ਜਾਂਦਾ ਇਹ ਤਾਂ ਸਿੱਧਾ ਵੀ ਕੀਤਾ ਜਾ ਸਕਦਾ, ਕੰਟੀਨਿਊਟੀ ਕਰਕੇ ਸਿੱਧਾ ਕੀਤਾ ਜਾ ਸਕਦਾ। ਇਹ ਫੰਕਸ਼ਨ ਕੰਟੀਨਿਊਸ ਆ ਤਾਂ ਡਾਇਰੈਕਟ ਇੱਥੇ ਵੈਲਿਊ ਭਰਦੇ। ਬੱਚੇ ਕੀ ਕਰਦੇ ਆ ਨਾ, ਜਿਵੇਂ x ਇਕੁਅਲ ਟੂ 10 3x + 2 ਦੀ ਲਿਮਿਟ ਆਉਣੀ ਹੈ, ਇੱਥੇ ਕੀ ਕਰਨਗੇ? ਸਰ ਇਹ 3 ਹੋ ਗਿਆ, ਇਹ 1 ਹੋ ਗਿਆ, ਇਹ 2 ਆ ਗਿਆ, ਲਓ ਜੀ 5 ਆਨਸਰ ਆ ਗਿਆ। ਕਿਉਂ ਆ ਗਿਆ ਇਹ ਤਾਂ ਦੱਸੋ? ਇਹ ਕਿਹਨੇ ਕਿਹਾ ਇਹ ਪੁੱਟ ਕਰ ਲਓਗੇ ਤੁਸੀਂ? ਕਿਉਂਕਿ ਇਹ ਕੰਟੀਨਿਊਸ ਆ। ਜੇ C ਪੁਆਇੰਟ 'ਤੇ ਕੰਟੀਨਿਊਟੀ ਚੈੱਕ ਕਰਨੀ ਆ ਤਾਂ ਆਪਾਂ ਕਹਿੰਦੇ ਨਹੀਂ ਹੁੰਦੇ ਕਿ ਐਫ ਸੀ ਦੇ ਬਰਾਬਰ ਹੋਣਾ ਚਾਹੀਦਾ ਹੈ, ਅਤੇ ਇਹਦਾ ਮਤਲਬ ਜੇ ਕੰਟੀਨਿਊਸ ਹੋਊਗਾ ਤਾਂ ਬਰਾਬਰ ਹੋਊਗਾ। ਫਿਰ ਇਹਦਾ ਮਤਲਬ ਇਹ ਲਿਮਿਟ ਦੇਖਣ ਨੂੰ ਕੋਈ ਖਾਸ ਕੋਸ਼ਿਸ਼ ਨਹੀਂ ਕਰਨੀ ਪੈਂਦੀ, ਸਿੱਧਾ C ਨੂੰ ਫੰਕਸ਼ਨ 'ਚ ਪੁੱਟ ਕਰ ਦਿਓ, ਆਨਸਰ ਆ ਜਾਊਗਾ। ਉਹੋ ਜੀ ਜਿਹੜੇ ਐਪਸਲਨ ਡੈਲਟਾ ਦੀ ਹੈਲਪ ਨਾਲ ਪ੍ਰੂਵ ਕੀਤੇ ਹੋਏ ਰਿਜ਼ਲਟ ਆ ਜਿਨ੍ਹਾਂ ਨੂੰ ਆਪਾਂ ਵਰਤਦੇ ਰਹੇ। ਵੈਸੇ ਕੋਈ ਨਹੀਂ ਹੈ, ਆਏਂ ਥੋੜ੍ਹੀ ਡਾਇਰੈਕਟ ਪੁੱਟ ਕਰ ਲਓਗੇ, ਫਿਰ ਲਿਮਿਟ ਦਾ ਐਪਲੀਕੇਸ਼ਨ ਕੀ ਰਹੇਗੀ ਲਿਮਿਟ ਦੀ? ਜੇ ਡਾਇਰੈਕਟ ਹੀ ਸਾਰਾ ਕੁਝ ਪੁੱਟ ਕਰਕੇ ਦੇਖਣਾ, ਫਿਰ ਲਿਮਿਟ ਦਾ ਆਪਾਂ ਅਚਾਰ ਪਾਉਣਾ ਸੀ ਕਿ ਜਿਹਨੇ ਲਿਮਿਟ ਲੱਭੀ ਆ ਉਹਨੂੰ ਡਾਇਰੈਕਟ ਪੁੱਟ ਨਹੀਂ ਸੀ ਕਰਨਾ ਆਉਂਦਾ। ਹਾਂ, ਸੋ ਇਹ ਚੀਜ਼ ਦਾ ਧਿਆਨ ਰੱਖਿਓ। ਅੱਛਾ, ਹੁਣ ਪ੍ਰੂਵ ਕਰਨ ਦਾ ਇੱਕ ਹੀ ਤਰੀਕਾ, ਲਿਮਿਟ ਐਪਸਲਨ ਡੈਲਟਾ ਦੀ ਹੈਲਪ ਨਾਲ। ਹਮੇਸ਼ਾ ਲਈ ਜ਼ਿੰਦਗੀ ਭਰ ਯਾਦ ਰੱਖਿਓ। ਡਿਸਪਰੂਵ ਕਰਨ ਦੇ ਮਤਲਬ ਲਿਮਿਟ ਡਜ਼ ਨਾਟ ਐਗਜ਼ਿਸਟ ਸ਼ੋ ਕਰਨ ਦੇ ਦੋ ਤਰੀਕੇ ਆ, ਇੱਕ ਐਪਸਲਨ ਡੈਲਟਾ ਦੀ ਹੈਲਪ ਨਾਲ, ਇੱਕ ਜਿਵੇਂ ਮੈਂ ਇਹ ਹੁਣ ਕਰਨ ਲੱਗਾ। ਐਪਸਲਨ ਡੈਲਟਾ ਨਾਲੋਂ ਇਹ ਬਹੁਤ ਸੌਖਾ। ਕੋਈ ਇੱਕ ਪਾਥ ਚੁਣੋ, ਉਸ ਪਾਥ 'ਤੇ ਚੱਲਦੇ ਲਿਮਿਟ ਇਕੁਅਲ ਆਉਣੀ ਚਾਹੀਦੀ ਆ ਹਮੇਸ਼ਾ। ਜੇ ਮੰਨ ਲਓ ਇਹ ਲਿਮਿਟ ਐਗਜ਼ਿਸਟ ਕਰਦੀ ਆ ਨਾ ਤਾਂ ਕੋਈ ਪਾਥ ਚੁਣ ਲਓ। ਆਪਾਂ ਤੁਹਾਨੂੰ ਕਿਹਾ ਸੀ ਨਾ ਇੱਕ ਵਾਰੀ, ਤੁਹਾਨੂੰ ਮੈਂ ਪਹਿਲਾਂ ਵੀ ਕਲਾਸ ਲਾਈ ਹੋਈ ਆ, ਇਹ XY ਆ, ਮੰਨ ਲਓ ਇੱਥੇ ਫੰਕਸ਼ਨ ਆ ਕੋਈ, ਹੈ ਨਾ,
ਇਹੋ ਜਿਹਾ ਕੋਈ ਫੰਕਸ਼ਨ ਪਿਆ, ਇਹੋ ਜਿਹੇ ਹੀ ਹੁੰਦੇ ਇੱਥੇ ਫੰਕਸ਼ਨ, ਆਏ ਜੇ ਕੋਈ ਗਿੜਵਾ ਜਿਹਾ ਹੈ ਨਾ, 3 ਡਿਮੈਂਸ਼ਨਲ ਆ ਨਾ, ਕੌਲਾ ਕੋਈ ਭਾਂਡਾ, ਇਹੋ ਜਿਹਾ ਗ੍ਰਾਫ ਹੈ। ਜੇ ਤੁਸੀਂ ਐਕਸ ਵਾਈ ਗਲਤ ਆ, ਸੋਰੀ ਇੱਥੇ ਜ਼ੈਡ ਬਣਾਉਂਦਾ, ਇੱਥੇ ਐਕਸ ਵਾਈ ਬਣਾਓ। ਐਕਸ ਵਾਈ ਹੈ, ਜਿਵੇਂ ਮੰਨ ਲਓ ਇੱਥੇ ਤੁਸੀਂ ਇਹ ਪੁਆਇੰਟ 'ਤੇ ਲਿਮਿਟ ਦੇਖਣੀ ਹੈ ਕੀ ਆਉਂਦੀ ਹੈ। ਪਹਿਲਾਂ ਤੁਸੀਂ ਮੰਨ ਲਓ ਆਏਂ ਗਏ, ਤੁਸੀਂ ਆਏਂ ਸੱਪ ਵਾਂਗੂ ਮਿਲਦੇ ਹੋਏ, ਠੀਕ ਆ, ਕਿਵੇਂ ਮਿਲੋਗੇ? ਇੱਥੇ ਜਾਓਗੇ, ਇੱਥੇ ਇਹਦੀ ਆਊਟਪੁੱਟ ਆ ਦੇਖੋਗੇ, ਇੱਥੇ ਜਾਓਗੇ 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 ਆਊਟਪੁੱਟ। ਕਿਹਦੇ ਵੱਲ ਜਾ ਰਹੀ ਹੈ ਆਊਟਪੁੱਟ? ਪਹਿਲਾਂ ਇੰਨੀ ਉੱਚੀ ਸੀ, ਫਿਰ ਇੰਨੀ ਉੱਚੀ, ਫਿਰ ਇੰਨੀ ਉੱਚੀ, ਫਿਰ ਇੰਨੀ ਉੱਚੀ, ਇੰਨੀ ਜ਼ੀਰੋ ਵੱਲ ਨੂੰ ਨਹੀਂ ਜਾ ਰਹੀ। ਫਿਰ ਹੋਰ ਪਾਥ ਚੁਣ ਲਿਆ ਤੁਸੀਂ, ਇੱਧਰ ਦੀ ਆਏ, ਐਵੇਂ ਕਮਲ ਕੁੱਟਦੇ ਹੋਏ ਇੱਥੋਂ ਆ ਗਏ, ਹੈ ਨਾ। ਇੱਧਰ ਦੀ ਆਓਗੇ, ਇਹ ਆ ਗਈ, ਫਿਰ ਇਹ ਆ ਗਈ, ਫਿਰ ਇਹ ਆ ਗਈ, ਇਹ ਆ ਗਈ, ਇਹ ਆ ਗਈ, ਅਲਟੀਮੇਟਲੀ ਜ਼ੀਰੋ ਵੱਲ ਹੀ ਜਾਈ ਜਾਂਦੇ ਹੋ ਨਾ ਤੁਸੀਂ। ਕੋਈ ਪਾਥ ਚੁਣ ਲਓ, ਸੇਮ ਹੋਣਾ ਚਾਹੀਦਾ। ਪਰ ਪ੍ਰੋਬਲਮ ਪਤਾ ਕੀ ਹੁੰਦੀ ਆ? ਕਿੰਨੇ ਪਾਥ ਚੁਣ ਲਓਗੇ? ਪਾਥ ਕੀ ਹੁੰਦਾ? ਜੇ ਸਾਰਾ ਕੁਝ ਭੁੱਲ ਜਾਓ, ਇਹ ਲਾਈਨ ਜਿਹੜਾ ਮੈਂ ਸੱਪ ਜਿਹਾ ਡਰੋ ਕੀਤਾ ਹੋਇਆ, ਇਹ ਐਕਸ ਵਾਈ ਪਲੇਨ ਦੇ ਉੱਪਰ ਪਿਆ, ਕੀ ਹੋਊਗਾ? ਇਹ ਵਾਈ ਇਜ਼ ਇਕੁਅਲ ਟੂ ਸਮਥਿੰਗ ਕੋਸ ਐਫ ਐਕਸ ਹੋਊਗਾ ਨਾ। ਫੰਕਸ਼ਨ ਆ, ਵਾਈ ਇਜ਼ ਇਕੁਅਲ ਟੂ ਜ਼ੈਡ ਨੂੰ ਭੁੱਲ ਜਾਓ, ਕੱਲਾ ਇਹ ਯਾਦ ਰੱਖੋ, ਇਹ ਕੀ ਹੈ? ਇੱਕ ਫੰਕਸ਼ਨ ਆ ਜਿਹਦੇ 'ਚ ਵਾਈ ਐਕਸ ਦੀ ਕੋਈ ਵੈਲਿਊ ਭਰੋਗੇ ਤਾਂ ਵਾਈ ਦੀ ਕੁਛ ਨਾ ਕੁਛ ਵੈਲਿਊ ਆ ਗਈ, ਤਾਂ ਹੀ ਇਹ ਡਰੋ ਕੀਤਾ। ਜੇ ਤੁਸੀਂ ਇਹਨੂੰ ਖੜਵੇਂ ਲੋਟ ਡਰੋ ਕਰੋ ਐਕਸ ਵਾਈ, ਤਾਂ ਇਹ ਕੁਛ ਇਹੋ ਜਿਹਾ ਲੱਗੂਗਾ ਤੁਹਾਨੂੰ, ਵਾਈ ਇਜ਼ ਇਕੁਅਲ ਟੂ ਐਫ ਐਕਸ। ਪਰ ਇਹ ਪਿਆ ਹੀ ਇਸ ਤਰੀਕੇ ਨਾਲ, ਤਾਂ ਇਹ ਇਸ ਤਰੀਕੇ ਦਾ ਲੱਗ ਰਿਹਾ। ਪਰ ਪ੍ਰੋਬਲਮ ਇਹ ਹੈ ਪਾਥ ਆ। ਪਰ ਇਹੋ ਜਿਹੇ ਕਿੰਨੇ ਪਾਥ ਚੁਣ ਸਕਦੇ ਹੋ ਤੁਸੀਂ? ਕੋਈ ਚੱਕਰ ਹੀ ਨਹੀਂ, ਜਿੰਨੇ ਮਰਜ਼ੀ ਚੁਣੀ ਚਲੋ। ਐਫ ਐਕਸ ਕੀ ਹੋ ਸਕਦਾ? ਜੋ ਮਰਜ਼ੀ ਚੁਣੋ, ਪਰ ਇੱਕ ਸ਼ਰਤ ਆ ਵੀ ਇਸ ਪੁਆਇੰਟ 'ਚੋਂ ਪਾਸ ਕਰਦਾ ਹੋਵੇ। ਸੋ ਇਹੋ ਜਿਹੇ ਤਾਂ ਬਹੁਤ ਪਾਥ ਮਿਲ ਜਾਂਦੇ ਆ। ਇਹ ਪ੍ਰੋਬਲਮ ਆ ਵੀ ਜੇ ਬਹੁਤ ਪਾਥ ਮਿਲ ਜਾਂਦੇ ਆ, ਜੇ ਮੰਨ ਲਓ ਹਰੇਕ ਵਾਰੀ ਪਾਥ ਤੁਸੀਂ ਚੁਣਦੇ ਹੋ ਕੋਈ ਵੀ ਨਵਾਂ, ਐਮ ਵਾਈ ਇਜ਼ ਇਕੁਅਲ ਟੂ ਐਮ ਐਕਸ ਚੁਣ ਲਿਆ, ਇਹ ਸੌਖੇ ਜਿਹੇ ਚੱਕਦੇ ਹੁੰਦੇ ਆਪਾਂ ਵੀ ਪੂਰੇ ਤੇਜ਼ ਆ। ਇਹ ਚੱਕ ਲਿਆ, ਲਿਮਿਟ ਤੁਹਾਡੀ ਆ ਗਈ 0, ਵਾਈ ਇਜ਼ ਇਕੁਅਲ ਟੂ ਐਮ ਐਕਸ ਸਕੇਅਰ ਚੱਕ ਲਿਆ, ਲਿਮਿਟ ਤੁਹਾਡੀ ਆ ਗਈ 0, ਵਾਈ ਇਜ਼ ਇਕੁਅਲ ਟੂ ਐਮ ਐਕਸ ਕਿਊਬ ਚੱਕ ਲਿਆ, ਲਿਮਿਟ ਤੁਹਾਡੀ ਆ ਗਈ 0, 0 0 0 0। ਇੱਕ ਬੰਦਾ ਜਿਹੜਾ ਉਹਨੇ 1000 ਪਾਥ ਚੁਣ ਲਏ, ਤੁਹਾਡੇ ਕੋਲ ਆ ਗਿਆ, ਤੁਹਾਨੂੰ ਕਹਿੰਦਾ ਜੀ ਮੈਂ ਤਾਂ 1000 ਪਾਥ ਚੁਣ ਲਏ, ਲਿਮਿਟ 0 ਆਉਂਦੀ ਆ ਅਤੇ ਲਿਮਿਟ ਐਗਜ਼ਿਸਟ ਕਰਦੀ ਆ। ਮੈਂ ਉਹਨੂੰ ਕਹਾਂਗਾ ਨਹੀਂ ਤੂੰ ਗਲਤ ਆ। ਮੈਂ ਉਹਨੂੰ ਕਹੂੰਗਾ ਤੂੰ ਆਹ ਪਾਥ ਚੁਣਿਆ ਕੋਈ ਵੀ, ਜੇ ਉਹ ਕਹੂਗਾ ਹਾਂ ਚੁਣਿਆ, ਫਿਰ ਮੈਂ ਕਹੂੰਗਾ ਆਹ ਚੁਣਿਆ। ਜੇ ਉਹਨੇ ਕਹਿਣਾ ਹਾਂ ਚੁਣਿਆ, ਫਿਰ ਮੈਂ ਕਹੂੰਗਾ ਆਹ ਚੁਣਿਆ, ਆਹ ਚੁਣਿਆ, ਆਹ ਚੁਣਿਆ, ਆਹ ਚੁਣਿਆ, ਆਹ ਚੁਣਿਆ। ਮੁੱਕਣੇ ਹੀ ਨਹੀਂ ਰਾਜੇ ਇਹ। ਹਾਂ, ਜੇ ਉਹ ਬੰਦਾ ਆਪਾਂ ਨੂੰ ਕਹਿੰਦਾ ਕਿ ਮੈਂ ਇਹ ਫਲਾਨਾ ਪਾਥ ਚੁਣਿਆ ਸੀ, ਉੱਥੇ ਲਿਮਿਟ 0 ਆ ਗਈ, ਅਤੇ ਦੂਸਰਾ ਪਾਥ ਚੁਣਿਆ ਜਦੋਂ ਲਿਮਿਟ 1 ਆ ਗਈ, ਦੈਟ ਮੀਨਸ ਓਕੇ। ਇਹਦਾ ਮਤਲਬ 2 ਪਾਥ ਮਿਲ ਗਏ ਜਿਨ੍ਹਾਂ 'ਤੇ ਲਿਮਿਟ ਆ ਜਿਹੜੀ ਉਹ ਡਿਫਰੈਂਟ ਸ਼ੋ ਹੋ ਰਹੀ ਹੈ, ਦੈਟ ਮੀਨਸ ਲਿਮਿਟ ਡਜ਼ ਨਾਟ ਐਗਜ਼ਿਸਟ। ਸੋ ਇਹ ਚੀਜ਼ ਆ ਜਿਹੜੀ ਲਿਮਿਟ ਡਜ਼ ਨਾਟ ਐਗਜ਼ਿਸਟ ਸ਼ੋ ਕਰਨ ਵਾਸਤੇ ਕੰਮ ਆਉਂਦੀ ਆ। ਠੀਕ ਆ, ਪ੍ਰੂਵ ਕਰਨ ਵਾਸਤੇ ਆਪਣੇ ਕੋਲ ਐਪਸਿਲਨ ਡੈਲਟਾ ਹੀ ਹੁੰਦਾ। ਚਲੋ ਆ ਜਾਓ ਫਿਰ ਵਾਪਸ ਆਪਾਂ ਕੁਐਸਚਨ 'ਤੇ ਚੱਲਦੇ ਹਾਂ। ਲਿਮਿਟ ਐਕਸ ਵਾਈ 0 0। ਹੁਣ ਆਪਾਂ ਪਾਥ ਚੁਣਾਂਗੇ ਕੋਈ ਇੱਕ, ਜਿਹੜਾ ਮਰਜ਼ੀ ਤੁਸੀਂ ਚੁਣ ਸਕਦੇ ਹੋ। ਇੱਥੇ ਇਹਨਾਂ ਨੇ ਆਪਾਂ ਚੁਣਦੇ ਹਾਂ ਵਾਈ ਇਜ਼ ਇਕੁਅਲ ਟੂ ਐਮ ਐਕਸ, ਜ਼ਿਆਦਾਤਰ ਇਹੀ ਚੁਣਿਆ ਕਰਨਾ ਆਪਾਂ, ਜਾਂ ਇੱਥੇ ਵੱਧ ਤੋਂ ਵੱਧ ਸਕੇਅਰ ਲਾ ਲਿਆ ਕਰਾਂਗੇ, ਜਾਂ ਕਈ ਵਾਰੀ ਇੱਥੇ ਵਾਈ ਦਾ ਅੰਡਰ ਰੂਟ ਪੈ ਜਾਂਦਾ ਹੁੰਦਾ, ਠੀਕ ਹੈ, ਐਕਸ ਦਾ ਅੰਡਰ ਰੂਟ ਪੈ ਜਾਂਦਾ। ਇਹ 2 4 ਆ ਜਿਹੜੇ ਇਹਨੂੰ ਦੇਖ ਕੇ ਪਤਾ ਲੱਗਦਾ। ਇੱਥੇ ਆਪਾਂ ਨਾ ਜਦੋਂ ਇਹੋ ਜਿਹਾ ਕੁਐਸਚਨ ਆਉਂਦਾ, ਆਪਾਂ ਕੋਸ਼ਿਸ਼ ਜਦੋਂ ਇਹ ਚੁਣ ਲਿਆ, ਜਾਣੀ ਕਿ ਤੁਸੀਂ ਇੱਕ ਰਾਹ ਚੁਣ ਲਿਆ ਕੁਐਸਚਨ ਹੱਲ ਕਰਨ ਨੂੰ, ਤਾਂ ਇੱਕ ਚੀਜ਼ ਯਾਦ ਰੱਖਿਓ ਵੀ ਇਹ ਡਿਸਪਰੂਵ ਹੀ ਕਰਦਾ ਹੁੰਦਾ, ਡਜ਼ ਨਾਟ ਐਗਜ਼ਿਸਟ ਹੀ ਸ਼ੋ ਕਰਦਾ ਹੁੰਦਾ ਇਹ ਮੈਥਡ। ਠੀਕ ਆ, ਜੇ ਤੁਸੀਂ ਇਸ ਮੈਥਡ ਨਾਲ ਐਗਜ਼ਿਸਟੈਂਸ ਸ਼ੋ ਕਰਨੀ ਚਾਹੁੰਦੇ ਆ, ਦੈਟ ਮੀਨਸ ਤੁਸੀਂ ਗਲਤ ਮੈਥਡ ਚੁਣ ਲਿਆ। ਹੁਣ ਤੁਸੀਂ ਚੁਣ ਤਾਂ ਇਹ ਲਿਆ ਹੀ ਆ, ਇਹਦਾ ਮਤਲਬ ਇਹਨੂੰ ਕੰਟਰਾਡਿਕਸ਼ਨ ਦੇਣ ਦੀ ਕੋਸ਼ਿਸ਼ ਕਰੋ ਹੁਣ। ਠੀਕ ਆ, ਜੇ ਤੁਸੀਂ ਕਹਿੰਦੇ ਹੋ ਨਹੀਂ ਸਰ ਅਸੀਂ ਤਾਂ ਪ੍ਰੂਵ ਕਰਨ ਦੀ ਕੋਸ਼ਿਸ਼ ਕਰਨੀ ਹੈ, ਫਿਰ ਐਪਸਿਲਨ ਡੈਲਟਾ ਹੈਗੇ ਆ ਆਪਣੇ, ਉੱਧਰ ਚੱਲੋ। ਠੀਕ ਹੈ, ਜੇ ਪਾਥ ਚੁਣਨਾ, ਪਾਥ ਮਤਲਬ ਡਿਸਪਰੂਵ, ਡਜ਼ ਨਾਟ ਐਗਜ਼ਿਸਟ। ਹੁਣ ਡਜ਼ ਨਾਟ ਐਗਜ਼ਿਸਟ ਕਿਵੇਂ ਸ਼ੋ ਕਰਨਾ, ਇਹਨੂੰ ਇਹਦੇ 'ਚ ਪੁੱਟ ਕਰੋ। ਦੇਖੋ ਐਕਸ ਜੇ 0 ਵੱਲ ਨੂੰ ਅਪਰੋਚ ਕਰੂਗਾ ਇੱਥੇ, ਤਾਂ ਓਬਵੀਅਸਲੀ ਵਾਈ ਵੀ 0 ਵੱਲ ਨੂੰ ਅਪਰੋਚ ਕਰੂਗਾ ਨਾ। ਇੱਥੇ 0 ਜਿਵੇਂ ਜਿਵੇਂ ਇਹ ਛੋਟਾ ਹੋਈ ਜਾਊਗਾ ਉਵੇਂ ਉਵੇਂ ਇਹ ਵੀ ਛੋਟਾ ਹੋਈ ਜਾਊਗਾ। ਸੋ ਇੱਕ ਚੀਜ਼ ਤਾਂ ਆਪਣੀ ਪੱਕੀ ਹੋ ਗਈ। ਇੱਥੇ ਤੁਸੀਂ ਐਂ ਲਿਖੋ ਹੁਣ ਐਕਸ 0, ਕਿਉਂਕਿ ਵਾਈ ਨੂੰ ਲੋੜ ਨਹੀਂ, ਵਾਈ ਆਪੇ ਹੀ 0 ਵੱਲ ਨੂੰ ਜਾਊਗਾ। ਐਕਸ ਸਕੇਅਰ ਵਾਈ ਦੀ ਜਗ੍ਹਾ ਐਮ ਐਕਸ ਪੁੱਟ ਕਰਤਾ, ਇੱਥੇ ਐਕਸ ਸਕੇਅਰ ਵਾਈ ਦੀ ਜਗ੍ਹਾ ਐਮ ਐਕਸ ਪੁੱਟ ਕਰਤਾ। ਐਕਸ ਸਕੇਅਰ ਕਾਮਨ ਕੱਢ ਕੇ ਕੱਟਿਆ ਜਾਣਾ, ਕੀ ਬਚੂਗਾ 1 ਮਾਈਨਸ ਐਮ ਸਕੇਅਰ, 1 ਪਲੱਸ ਐਮ ਸਕੇਅਰ। ਤੁਹਾਡਾ ਆਂਸਰ ਕੀ ਆ ਗਿਆ 1 ਮਾਈਨਸ ਐਮ ਸਕੇਅਰ, 1 ਪਲੱਸ ਐਮ ਸਕੇਅਰ। ਇਹ ਤੁਹਾਡਾ ਆਂਸਰ ਆ ਗਿਆ। ਹੁਣ ਦੇਖੋ ਇਹ ਕੰਟਰਾਡਿਕਸ਼ਨ ਕਿਉਂ ਮਿਲਦੀ ਹੈ। ਆਪਣੇ ਕੋਲ ਜਿਹੜੀ ਲਿਮਿਟ ਆ ਉਹ ਇਹ ਆ ਗਈ, ਟੋਟਲੀ ਐਮ 'ਤੇ ਡਿਪੈਂਡ ਕਰਦੀ ਹੈ ਇਹ। ਮਤਲਬ ਇੱਕ ਵਾਰੀ ਜੇ ਪਾਥ ਤੋਂ ਤੁਸੀਂ ਚੁਣਦੇ ਹੋ M1,
ਤਾਂ ਪਾਥ ਕੀ ਬਣ ਜੂਗਾ y ਇਜ਼ ਇਕੁਅਲ ਟੂ x, ਤਾਂ ਤੁਹਾਡਾ ਆਨਸਰ ਕੀ ਆਊਗਾ 0। ਇੱਥੇ m ਦੀ ਜਗ੍ਹਾ 1 ਭਰ ਦਿਓ, 1 -1 1 + 1 0। ਅਗਲੀ ਵਾਰ ਜੇ m2 ਚੱਕਦੇ ਹੋ, ਪਾਥ ਕੀ ਬਣ ਜੂਗਾ y ਇਜ਼ ਇਕੁਅਲ ਟੂ 2x, l ਕੀ ਬਣ ਜੂਗਾ 1 - 2 ਸਕੁਏਅਰ 1 + 2 ਸਕੁਏਅਰ। ਦੇਖੋ ਇਹ 0 ਤਾਂ ਨਹੀਂ ਬਣਦਾ ਨਾ, 1 - 4 5 -3/5 ਦੋਵੇਂ ਵਾਰੀ ਅੱਡ ਅੱਡ ਆਨਸਰ ਆ ਰਿਹਾ। ਸੋ ਲਿਮਿਟ ਦੇ ਕੇਸ 'ਚ ਇਹ ਨਹੀਂ ਹੁੰਦਾ। ਆਪਾਂ ਯਾਦ ਆ ਤੁਹਾਨੂੰ ਬਈ ਲੈਫਟ ਤੇ ਰਾਈਟ ਲਿਮਿਟ ਦੋਵੇਂ ਇਕੁਅਲ ਆਉਂਦੇ ਹੁੰਦੇ ਸੀ। ਕਿਉਂ ਆਉਂਦੇ ਸੀ? ਕਿਉਂਕਿ ਉਦੋਂ ਆਪਣੇ ਕੋਲ ਪਾਥ ਹੀ ਦੋ ਹੁੰਦੇ ਸੀਗੇ, ਲੈਫਟ ਤੇ ਰਾਈਟ। ਪਰ ਜਦੋਂ ਆਪਾਂ ਟਰੂ ਡਿਮੈਂਸ਼ਨ 'ਚ ਘੁੰਮ ਫਿਰ ਸਕਦੇ ਹਾਂ, ਆਪਣੇ ਕੋਲ ਕਈ ਪਾਥ ਬਣ ਜਾਂਦੇ ਇਹੋ ਜਿਹੇ, ਠੀਕ ਆ। ਸੋ ਹਰੇਕ ਪਾਥ 'ਤੇ ਚੱਲਦੇ ਹੋਏ ਆਪਾਂ ਨੂੰ ਸੇਮ ਆਨਸਰ ਮਿਲਣਾ ਚਾਹੀਦਾ। ਪਰ ਇੱਥੇ ਜੇ ਇੱਕ ਵੀ ਪਾਥ ਇਹੋ ਜਿਹਾ ਮਿਲ ਗਿਆ, ਦੋ ਪਾਥ ਐਸੇ ਮਿਲ ਗਏ ਜਿਹੜੇ ਅੱਡ ਅੱਡ ਆਨਸਰ ਦੇ ਰਹੇ ਆ, ਦੈਟ ਮੀਨ ਲਿਮਿਟ ਡਜ਼ ਨਾਟ ਐਗਜ਼ਿਸਟ। ਸੋ ਡਜ਼ ਨਾਟ ਐਗਜ਼ਿਸਟ ਸ਼ੋ ਕਰਨ ਵਾਸਤੇ ਇਹ ਤਰੀਕਾ ਹੀ ਹੁੰਦਾ, ਇਹ ਯਾਦ ਰੱਖਿਓ। ਹੁਣ ਜਿਵੇਂ ਅਗਲਾ ਕੁਐਸਚਨ ਦੇਖੋ, ਲਿਮਿਟ xy ਅਪਰੋਚਿਸ ਟੂ 0 0 x + y y + x + y ਦਾ ਸਕੇਅਰ y - x + y ਦਾ ਹੋਲ ਸਕੇਅਰ, ਠੀਕ ਹੈ। ਇਹ ਕੁਐਸਚਨ ਆ, ਆਪਾਂ ਸ਼ੋਅ ਕਰਨਾ ਵੀ ਡਜ਼ ਨਾਟ ਐਗਜ਼ਿਸਟ। ਸੋ ਡਜ਼ ਨਾਟ ਐਗਜ਼ਿਸਟ ਦਾ ਜਦੋਂ ਕੰਮ ਆ ਗਿਆ, ਇਹਦਾ ਮਤਲਬ ਆਪਾਂ ਕੋਈ ਪਾਥ ਚੁਣਾਂਗੇ। ਹੁਣ ਪਾਥ ਕਿਹੜਾ ਚੁਣਨਾ? ਸਭ ਤੋਂ ਪਹਿਲਾਂ ਤਾਂ ਰਾਜੇ ਡੋਮੇਨ ਦੇਖੀ ਦੀ ਹੁੰਦੀ ਹੈ, ਠੀਕ ਆ। ਇਹ ਵੈਸੇ ਇਹਦਾ ਬਿਨਾਂ ਸਰ ਵੀ ਜਾਂਦਾ, ਪਰ ਆਪਾਂ ਲਿਖਣੀ ਹੁੰਦੀ ਹੈ ਡੋਮੇਨ ਕੀ ਹੈ, ਠੀਕ ਹੈ। ਡੋਮੇਨ 'ਚ ਸਾਰੇ ਪੁਆਇੰਟ ਆ, ਪਰ ਉਹ ਸਾਰੇ ਪੁਆਇੰਟ ਨਹੀਂ ਗੇ ਜਿਹਦੇ ਚ y - x + y ਦਾ ਸਕੇਅਰ ਇਜ਼ ਇਕੁਅਲ ਟੂ ਕੀ ਹੋ ਜਾਏ 0। ਬਸ ਇਹ ਪੁਆਇੰਟ ਕੱਢਤੇ। ਹੁਣ xy ਹੈ ਜਿਹੜਾ ਆਪਾਂ 0 ਵੱਲ ਨੂੰ ਅਪਰੋਚ ਕਰਵਾਉਣਾ, ਕਿਵੇਂ ਕਰਵਾਈਏ? xy ਨੂੰ 0 ਵੱਲ ਨੂੰ ਅਪਰੋਚ ਕਰਵਾ ਦਿਓ ਅਲੋਂਗ ਦਾ ਕਰਵ x + y m√y। ਕਰ ਸਕਦੇ ਆ ਇਹ? ਮਤਲਬ ਇਹਨੂੰ ਮੈਂ m√y ਮੰਨ ਲਿਆ, ਕਿਉਂਕਿ ਇਹਦਾ ਜਦੋਂ ਮੈਂ ਸਕੇਅਰ ਕਰੂੰਗਾ ਕੀ ਆਊਗਾ m²y, ਇੱਥੇ ਵੀ m²y। ਸੋ y ਬਾਹਰ ਕੱਢ ਲੂੰਗਾ, ਕੁਛ ਨਾ ਕੁਛ ਹੱਲ ਆਪਣਾ ਹੋ ਸਕਦਾ। ਪਰ ਜਾਣੀ ਕਿ ਆਪਾਂ ਇਹ ਪੁਆਇੰਟ ਭਰੀਏ, ਲਿਮਿਟ xy ਅਪਰੋਚਿਸ ਟੂ 0 0 x + y ਕੀ ਆਊਗਾ? x + y ਦੀ ਵੈਲਿਊ m√y, ਅਤੇ ਇੱਧਰ y + m²y, ਇੱਥੇ y m²y, ਠੀਕ ਹੈ। ਅਤੇ ਆਪਣੇ ਕੋਲ ਕੀ ਆ ਜਾਊਗਾ? ਲਿਮਿਟ ਲੈ ਲਓ, y ਨਾਲ y ਕੱਟੀ ਗਈ, ਇੱਥੇ ਆ ਜਾਊ m√y, ਇੱਥੇ y ਨਾਲ y ਕੈਂਸਲ ਹੋ ਗਈ, 1 + m² ਰਹਿ ਜਾਊਗਾ, ਇੱਥੇ 1 - m² ਰਹਿ ਜਾਊਗਾ। ਅਤੇ ਆਨਸਰ ਕੀ ਆਊਗਾ? ਦੇਖੋ ਇੱਕ ਚੀਜ਼ ਆ, ਜੇ ਤਾਂ ਮੈਂ m ਦੀ ਵੈਲਿਊ +-1 ਮੰਨਾਂ, ਨਾਟ ਇਕੁਅਲ ਟੂ +-1, ਠੀਕ ਆ, ਫਿਰ ਇੱਥੇ ਕੀ ਆਊਗਾ? ਥੱਲੇ ਇਨਫਿਨਿਟੀ 0 ਨਹੀਂ ਬਣਨਾ ਥੱਲੇ, ਠੀਕ ਆ। ਉੱਤੇ ਕੁਛ ਵੀ ਬਣ ਜੇ, ਇੱਥੇ ਕੁਛ ਵੀ ਬਣ ਜੇ, ਥੱਲੇ ਜਿਵੇਂ m ਆ ਗਿਆ, ਮੰਨ ਲਓ 2 ਮੰਨ ਲਿਆ, ਠੀਕ ਆ, 2√y, ਇੱਥੇ ਕੀ ਆ ਜਾਊਗਾ 1 + 2 4 5 1 - 4, ਜਾਣੀ ਕਿ xy ਅਪਰੋਚਿਸ ਟੂ 0, ਅਤੇ ਆਨਸਰ ਕੀ ਆਊਗਾ? ਇੱਥੇ 0 ਆ ਜਾਊਗਾ। ਪਰ ਜੇ ਨੀਚੇ ਹੀ 0 ਮੰਨ ਲਿਆ, ਇਹਦਾ ਮਤਲਬ ਇਹ ਕੀ ਆ ਜਾਊਗਾ? ਇਨਫਿਨਿਟੀ। ਸੋ ਇੱਕ ਪਾਸੇ ਤਾਂ ਕੁਛ ਹੋਰ ਆ ਰਿਹਾ, ਇੱਕ ਪਾਸੇ ਕੁਛ ਹੋਰ, ਜਾਣੀ ਕਿ ਨੀਚੇ 0 ਕਦੋਂ ਬਣੂਗਾ? ਜਦੋਂ m +-1 ਹੋਇਆ। ਸੋ ਇੱਕ ਪਾਸੇ ਤਾਂ 0 ਆਨਸਰ ਹੋਈ ਜਾਂਦਾ, ਇੱਕ ਪਾਸੇ ਇਨਫਿਨਿਟੀ ਆਈ ਜਾਂਦਾ। ਇਹਦਾ ਮਤਲਬ ਜਦੋਂ ਮੈਂ x + y ਇਜ਼ ਇਕੁਅਲ ਟੂ √y ਪਾਥ ਚੁਣੂੰਗਾ ਅਲੋਂਗ ਦਾ fxy, ਲਿਮਿਟ ਕੀ ਬਣਦੀ ਹੈ? ਇਨਫਿਨਿਟੀ। ਬਟ ਜੇ x + y -√y ਹੈ, ਉਹ ਕੀ ਆ ਜਾਊਗਾ? fxy 0, ਠੀਕ ਹੈ। ਜੇ -y ਦੇ ਬਰਾਬਰ ਲਈਏ, ਨਹੀਂ ਸੌਰੀ ਗਲਤ ਹੋ ਗਿਆ ਮੈਨੂੰ ਲੱਗਦਾ, ਜੇ y ਜਾਂ -y ਲਈਏ ਤਾਂ ਇਨਫਿਨਿਟੀ। ਜੇ ਇਸ ਤੋਂ ਇਲਾਵਾ ਕੁਛ ਲਈਏ, ਜਿਵੇਂ x + y ਇਹ 2 ਲੈ ਲਈਏ, 2√y, ਦੈਨ fxy ਕੀ ਆਊਗਾ? 0। ਅਤੇ ਇਹਦਾ ਮਤਲਬ ਦੋਵੇਂ ਅੱਡ ਲਿਮਿਟ ਡਜ਼ ਨਾਟ ਐਗਜ਼ਿਸਟ, ਠੀਕ ਹੈ। ਜੇ ਇਹ ਪਾਥ ਲੈ ਲਈਏ, m ਦੀ ਜਗ੍ਹਾ ਜੇ ਮੈਂ 1 ਕਰਤਾ, ਦੇਖੋ ਆਹ ਦੇਖੋ, ਇੱਥੇ 1 ਹੁੰਦਾ ਨਾ, ਫਿਰ ਤਾਂ ਆਨਸਰ ਆਉਂਦਾ ਇਨਫਿਨਿਟੀ। ਜੇ 1 ਨਾ ਕਰਾਂ, ਜਾਣੀ ਕਿ ਐਵੇਂ ਹੀ ਲਿਖਤਾ, ਇੱਥੇ 2 ਕਰਦਾ, ਫਿਰ ਕੀ ਆਊਗਾ? 0। ਸੋ ਇਹਦਾ ਮਤਲਬ ਆਨਸਰ ਡਿਫਰੈਂਟ ਆ ਰਹੇ ਆ। ਦੇਖੋ ਅਗਲਾ ਕੁਐਸਚਨ ਦੇਖਦੇ ਹਾਂ। ਅਗਲਾ ਨਹੀਂ, ਇਹ ਹੈਗਾ ਵਾ ਲਾਸਟ ਵਾਲਾ, 7th ਦਾ 4th ਪਾਰਟ। ਇਹਦੇ 'ਚ ਜਸਟ ਇਹ ਕਹਿੰਦੇ ਚੈੱਕ ਕਰੋ ਵੀ ਲਿਮਿਟ ਐਗਜ਼ਿਸਟ ਕਰਦੀ ਹੈ ਕਿ ਨਹੀਂ ਕਰਦੀ। ਲਓ ਜੀ, ਹੁਣ ਇਹ ਉਦੋਂ ਵੀ ਪੰਗਾ,
ਇਹਦੇ 'ਚ ਐਪਸਲਨ ਡੈਲਟਾ ਦੀ ਹੈਲਪ ਲੈਣੀ ਪੈਣੀ ਹੈ। ਅਤੇ ਕੁਐਸਚਨ ਵੀ ਬੜਾ ਅਜੀਬ ਜਿਹਾ, ਜਿਵੇਂ ਮੰਨ ਲਓ ਸਭ ਤੋਂ ਪਹਿਲਾਂ ਜੇ ਇਹ ਐਫ ਐਕਸ ਆ ਤਾਂ ਮੈਨੂੰ ਐਲ ਵੀ ਨਹੀਂ ਪਤਾ, ਕਿਉਂਕਿ ਆਪਾਂ ਐਪਸਲਨ ਡੈਲਟਾ ਵਾਲੀ ਜਦੋਂ ਡੈਫੀਨੇਸ਼ਨ ਲਾਉਂਦੇ ਹਾਂ ਆਪਾਂ ਨੂੰ ਇਹ ਲਿਖਣਾ ਪੈਂਦਾ ਨਾ ਐਫ ਐਕਸ ਵਾਈ ਮਾਈਨਸ ਐਲ, ਤਾਂ ਐਲ ਹੀ ਨਹੀਂ ਪਤਾ ਆਪਾਂ ਨੂੰ। ਸੋ ਐਲ ਕਿਵੇਂ ਕੱਢੀਏ? ਲਿਮਿਟ। ਰਾਜੇ ਇੱਕ ਚੀਜ਼ ਯਾਦ ਰੱਖਿਓ, ਹਰੇਕ ਪਾਥ ਦੇ ਉੱਪਰ ਜੇ ਲਿਮਿਟ ਐਗਜ਼ਿਸਟ ਕਰਦੀ ਆ ਤਾਂ ਉਹ ਕੀ ਹੁੰਦੀ ਆ? ਸੇਮ। ਸੋ ਮੈਂ ਲਿਮਿਟ ਲੱਭਣੀ ਆ, ਮੈਂ ਕੋਈ ਵੀ ਐਵੇਂ ਪਾਥ ਚੱਕ ਲੈਣਾ, ਦੇਖ ਲੈਣਾ ਆਨਸਰ ਕੀ ਆਉਂਦਾ, ਮੇਰੇ ਕੋਲ ਐਲ ਆ ਜੂਗੀ। ਕੋਈ ਮਰਜ਼ੀ ਚੁਣ ਲਓ ਆਪ, ਕਿਉਂਕਿ ਮੈਨੂੰ ਪਤਾ ਹੋਈ ਹਰੇਕ ਪਾਥ 'ਤੇ ਲਿਮਿਟ ਆ ਜਿਹੜੀ ਉਹ ਸੇਮ ਆਉਂਦੀ ਹੁੰਦੀ ਹੈ। ਸੋ ਮੈਂ ਇੱਕ ਪਾਥ ਚੱਕੂੰਗਾ ਅਤੇ ਲਿਮਿਟ ਦੇਖ ਲੂੰਗਾ। ਠੀਕ ਹੈ, ਟੇਕ ਐਕਸ ਵਾਈ 0 0 along the curve y is equal to mx, limit xy is equal to 0 0 x sin 1 by y xy x square plus y square। ਇਹ ਪਾਥ ਚੁਣ ਲਿਆ। ਲਿਮਿਟ x approaches to 0 x sin 1 by mx, ਫਿਰ ਇੱਥੇ ਐਮ ਐਕਸ ਸਕੇਅਰ ਐਕਸ ਸਕੇਅਰ ਐਮ ਸਕੇਅਰ ਐਕਸ ਸਕੇਅਰ। ਠੀਕ ਹੈ, ਇਹਦੇ 'ਚ ਵੈਲਿਊ ਭਰੀ ਜਾਣਾ। ਉਸ ਤੋਂ ਬਾਅਦ ਆਨਸਰ ਦੱਸੋ ਹੁਣ ਕੀ ਆਊਗਾ। ਇਹਦਾ ਆਨਸਰ ਕਿੰਨਾ ਹੁੰਦਾ? 0, ਅਤੇ ਇਹਦਾ ਆਨਸਰ ਓਬਵੀਅਸਲੀ 0।